ਸਤਿ ਸ਼੍ਰੀ ਅਕਾਲ। ਜਗਬਾਣੀ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਨਰਿੰਦਰ ਸਿੰਘ। ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ਤੇ ਕੜਾਕੇ ਦੀ ਠੰਡ ਵਿੱਚ ਕਿਸਾਨ ਡਟੇ ਹੋਏ ਨੇ ਤਾਂ ਦੂਜੇ ਪਾਸੇ ਪੰਜਾਬ ਦੀਆਂ ਨੌਜਵਾਨ ਕੁੜੀਆਂ, ਬਜ਼ੁਰਗ ਅਤੇ ਨੌਜਵਾਨ ਮੁੰਡੇ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ। ਕਿੰਨੀ ਸੰਖਿਆ ਦੇ ਵਿੱਚ ਪੰਜਾਬ ਦੇ ਲੋਕ ਇਸ ਅੰਦੋਲਨ ਨੂੰ ਹੁਲਾਰਾ ਦੇ ਰਹੇ ਨੇ, ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਦੇ ਵਿੱਚ। ਕੇਂਦਰ ਖਿਲਾਫ ਕਿਸਾਨਾਂ ਦਾ ਮੰਗਦਾ ਸੰਘਰਸ਼। ਆਏ ਦਿਨ ਦਿੱਲੀ ਮੋਰਚਾ ਹੁੰਦਾ ਜਾ ਰਿਹਾ ਵਿਸ਼ਾਲ। ਕੇਂਦਰ ਨਾਲ ਆਰ-ਪਾਰ ਦੀ ਲੜਾਈ ਲਈ ਉਤਰੇ ਕਿਸਾਨ। ਕਿਸਾਨੀ ਅੰਦੋਲਨ ਤੇ ਮੌਜੂਦਾ ਸਥਿਤੀ ਬਾਰੇ ਖਾਸ ਰਿਪੋਰਟ। ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਇਸ ਠੰਡ ਵਿੱਚ ਵੀ ਕਿਸਾਨਾਂ ਦਾ ਸੰਘਰਸ਼ ਕਰਮਾਇਆ ਹੋਇਆ ਹੈ। ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਹੋਈਆਂ ਕਈ ਮੀਟਿੰਗਾਂ ਬੇਨਤੀਜਾ ਰਹਿਣ ਦੇ ਬਾਅਦ ਕਿਸਾਨ ਜਥੇਬੰਦੀਆਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕੇਂਦਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਬਿਗੁਲ ਵਜਾ ਦਿੱਤਾ ਹੈ। ਦਿੱਲੀ ਮੋਰਚੇ ਤੇ ਬੈਠਾ ਕਿਸਾਨਾਂ ਦਾ ਕਾਫਲਾ ਵੀ ਆਏ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ ਦੇ ਕਿਸਾਨ, ਆੜ੍ਹਤੀਆਂ ਤੇ ਆਮ ਲੋਕ ਵੀ ਹੁਣ ਇਸ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ। ਸਿੰਘੂ ਬਾਰਡਰ ਤੇ ਬੈਠੇ 1 ਲੱਖ ਤੋਂ ਵੱਧ ਕਿਸਾਨ। ਦਸੰਬਰ ਦੀ ਠੰਡ ਵਿੱਚ ਕਿਸਾਨ ਦਿੱਲੀ 'ਚ ਕੇਂਦਰ ਦੇ ਖਿਲਾਫ ਮੋਰਚੇ ਤੇ ਡਟੇ ਹੋਏ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੀ ਮੌਜੂਦ ਗਿਣਤੀ ਕਿੰਨੀ ਹੈ? ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ। ਸਾਡੀ ਟੀਮ ਵੱਲੋਂ ਇਕੱਤਰਿਤ ਕੀਤੀ ਗਈ ਜਾਣਕਾਰੀ ਮੁਤਾਬਕ ਤਾਂ ਸਿੰਘੂ ਬਾਰਡਰ ਤੇ ਤਕਰੀਬਨ 1,30,000 ਕਿਸਾਨ ਮੋਰਚਾ ਸਾਂਭੀ ਬੈਠੇ ਹਨ ਅਤੇ ਜਿਨ੍ਹਾਂ ਵੱਲੋਂ 20 ਤੋਂ 22 ਕਿਲੋਮੀਟਰ ਲੰਬੀ ਕਤਾਰਾਂ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਅਸਥਾਈ ਆਸ਼ੀਆਨੇ ਵੀ ਸਥਾਪਿਤ ਕੀਤੇ ਗਏ ਹਨ। ਜੇਕਰ ਦੂਜੇ ਬਾਰਡਰ ਦੀ ਗੱਲ ਕੀਤੀ ਜਾਏ ਤਾਂ ਬਹਾਦਰਗੜ੍ਹ ਟਿਕਰੀ ਬਾਰਡਰ ਤੇ 30 ਤੋਂ 40,000 ਕਿਸਾਨ ਕੇਂਦਰ ਸਰਕਾਰ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਗਾਜ਼ੀਪੁਰ ਵਿੱਚ 6 ਤੋਂ 7,000 ਤੇ ਪਲਵਲ ਵਿੱਚ 3 ਤੋਂ 4,000 ਦੀ ਗਿਣਤੀ ਵਿੱਚ ਕਿਸਾਨ ਮੌਜੂਦ ਹਨ ਅਤੇ ਇਹ ਆંકੜਾ ਹਰ ਦਿਨ 500 ਨਾਲ ਵੱਧ ਰਿਹਾ ਹੈ। ਔਰਤਾਂ ਸਮੇਤ ਨੌਜਵਾਨ ਵੀ ਬਣੇ ਅੰਦੋਲਨ ਦਾ ਹਿੱਸਾ। ਕਿਸਾਨੀ ਸੰਘਰਸ਼ ਵਿੱਚ ਮਹਿਲਾਵਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ਹੈ। ਇੱਕ ਅਨੁਮਾਨ ਮੁਤਾਬਕ ਪੁਰਸ਼ਾਂ ਮੁਕਾਬਲੇ ਇਹ ਰੇਸ਼ੋ 7:3 ਹੈ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਨਾਲ ਸੰਬੰਧਿਤ 2 ਤੋਂ 3,000 ਮਹਿਲਾਵਾਂ ਸ਼ਾਮਲ ਹਨ ਜੋ ਪੂਰੀ ਤਰ੍ਹਾਂ ਐਕਟਿਵ ਹਨ। ਕਿਸਾਨੀ ਅੰਦੋਲਨ ਦਾ ਹਿੱਸਾ ਬਣੇ 40% ਨੌਜਵਾਨ ਉਹ ਹਨ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ ਅਤੇ ਇਹਨਾਂ 40% ਵਿੱਚੋਂ 90% ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਹਨ। ਅੰਦੋਲਨ ਵਿੱਚ 15 ਤੋਂ 20% ਬੀਟੈਕ ਅਤੇ ਬੈਚਲਰ ਇੰਜੀਨੀਅਰ ਵਾਲੇ ਵੀ ਹਨ ਅਤੇ 88% ਬਜ਼ੁਰਗ ਵੀ ਹਨ ਜੋ ਘੱਟੋ-ਘੱਟ 2 ਭਾਸ਼ਾਵਾਂ ਜਾਣਦੇ ਹਨ। ਇਸ ਸੰਘਰਸ਼ ਵਿੱਚ 10 ਤੋਂ 6 ਪੁਰਸ਼ ਹਰ ਰੋਜ਼ ਅਖਬਾਰ ਪੜ੍ਹਨ ਵਾਲੇ ਨੇ ਅਤੇ 10 ਵਿੱਚੋਂ 4 ਉਹ ਨੇ ਜੋ ਆਰਮੀ ਅਤੇ 에ਅਰਫੋਰਸ ਵਿੱਚ ਰਹਿ ਚੁੱਕੇ ਹਨ। ਇਸ ਅੰਦੋਲਨ ਵਿੱਚ ਸ਼ਾਮਲ 10 ਵਿੱਚੋਂ ਔਸਤਨ 6 ਨੇ ਦੱਸਿਆ ਕਿ ਉਹਨਾਂ ਦੇ ਪੁੱਤ ਹਾਲੇ ਵੀ ਆਰਮੀ ਵਿੱਚ ਸੇਵਾਵਾਂ ਦੇ ਰਹੇ ਹਨ। ਇੰਨਾ ਹੀ ਨਹੀਂ, 10 ਵਿੱਚੋਂ 7 ਨਿਤਨੇਮ ਕਰਨ ਵਾਲੇ ਹਨ। ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਵੀ ਹੋਈ ਕੋਸ਼ਿਸ਼। ਇੰਨੇ ਵੱਡੇ ਪੱਧਰ ਤੇ ਪੰਜਾਬ ਦੇ ਨੌਜਵਾਨ, ਬਜ਼ੁਰਗ ਇਸ ਕਿਸਾਨੀ ਘੋਲ ਦਾ ਹਿੱਸਾ ਬਣ ਕੇ ਏਕੇ ਦੀ ਮਿਸਾਲ ਪੈਦਾ ਕਰ ਰਹੇ ਹਨ ਤਾਂ ਦੂਜੇ ਪਾਸੇ ਇਸ ਅੰਦੋਲਨ ਦੇ ਵਿਰੋਧ ਵਿੱਚ ਕੁਝ ਸਿਆਸਤ ਕਰਕੇ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਸ ਵਿੱਚ ਚਾਹੇ ਵਿਰੋਧੀਆਂ ਵੱਲੋਂ ਇਸ ਲਹਿਰ ਵਿੱਚ ਖਾਲਿਸਤਾਨੀ ਹੋਣ ਦਾ ਦਾਅਵਾ ਕਰਨਾ ਹੋਵੇ ਜਾਂ ਸਿਆਸੀ ਪਾਰਟੀ ਤੋਂ ਮਿਲ ਰਹੀ ਮਦਦ, ਪਰ ਕਿਸਾਨ ਜਥੇਬੰਦੀਆਂ ਦੇ ਸਪਸ਼ਟ ਸਟੈਂਡ ਨੇ ਵਿਰੋਧੀਆਂ ਦੀ ਹਰ ਚਾਲ ਨੂੰ ਮਾਤ ਦਿੰਦੇ ਹੋਏ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ, ਜਿਸ ਦਾ ਹਿੱਸਾ ਹੁਣ ਪੰਜਾਬ ਹੀ ਨਹੀਂ ਸਗੋਂ ਗੁਆਂਢੀ ਸੂਬੇ ਵੀ ਬਣੇ ਜੋ ਕਿਸਾਨਾਂ ਦੇ ਸਮਰਥਨ ਦੀ ਹਾਮੀ ਭਰਦੇ ਹਨ। ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵੱਡਾ ਐਲਾਨ। ਬੇਸ਼ੱਕ ਕੇਂਦਰ ਸਰਕਾਰ ਵੱਲੋਂ ਬੈਠਕਾਂ ਕਰਕੇ ਨਵੇਂ ਖੇਤੀ ਕਾਨੂੰਨ ਬਾਬਤ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਪਰ ਕੇਂਦਰ ਦੀ ਭਾਜਪਾ ਸਰਕਾਰ ਦਾ ਕੱਢਿਆ ਸਿੱਟਾ ਕਿਸਾਨਾਂ ਨੂੰ ਪਰਵਾਹ ਨਹੀਂ ਆਇਆ।
ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਪਹਿਲਾਂ ਨਾਲੋਂ ਵੀ ਵੱਧ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ 12 ਤਰੀਕ ਨੂੰ ਦਿੱਲੀ ਜੈਪੁਰ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਤੋਂ ਬਾਅਦ ਅੰਦੋਲਨ ਨੂੰ ਹੋਰ ਤਿੱਖਾ ਕਰਦੇ ਹੋਏ ਇੱਕ ਦਿਨ ਲਈ ਟੋਲ ਪਲਾਜ਼ਾ ਫ੍ਰੀ ਕਰਨ, 2 ਨਿੱਜੀ ਕੰਪਨੀਆਂ ਦਾ ਬਾਈਕਾਟ ਸਮੇਤ ਸੂਬੇ ਅੰਦਰ ਜ਼ਿਲ੍ਹਾ ਹੈੱਡਕੁਆਰਟਰ ਤੇ ਧਰਨੇ ਵੀ ਦਿੱਤੇ ਜਾਣਗੇ। ਜਗਬਾਣੀ ਟੀਵੀ ਚੰਡੀਗੜ੍ਹ ਲਈ ਅਮਨ ਭਾਰਦਵਾਜ ਦੀ ਰਿਪੋਰਟ। ਤਾਂ ਦੇਖਿਆ ਤੁਸੀਂ ਕਿਵੇਂ ਕਿਸਾਨਾਂ ਦੀ ਗਿਣਤੀ ਇਸ ਅੰਦੋਲਨ ਦੇ ਵਿੱਚ ਦਿਨੋਂ ਦਿਨ ਵੱਧ ਰਹੀ ਆ, ਜੋ ਕਿਸਾਨੀ ਸੰਘਰਸ਼ ਨੂੰ ਹੋਰ ਵੀ ਮਜ਼ਬੂਤ ਕਰ ਰਹੀ ਆ। ਜੇਕਰ ਤੁਸੀਂ ਕਿਸਾਨੀ ਅੰਦੋਲਨ ਦਾ ਹਿੱਸਾ ਨਹੀਂ ਬਣੇ ਤਾਂ ਇਹ ਜਾਣਕਾਰੀ ਜ਼ਰੂਰ ਦੇਖੋ ਜੋ ਅਸੀਂ ਤੁਹਾਡੇ ਲਈ ਇਕੱਤਰ ਕੀਤੀ ਆ। ਦੇਸ਼ ਵਿਦੇਸ਼ ਅਤੇ ਹੋਰ ਜਾਣਕਾਰੀ ਲਈ ਵੇਖਦੇ ਰਹੋ ਜਗਬਾਣੀ ਟੀਵੀ।